उत्पत्ति अध्याय 49। याकूब ने अपने पुत्ਰਾਂ ਨੂੰ ਸੱਦ ਕੇ ਆਖਿਆ, ਇਕੱਠੇ ਹੋ ਜਾਓ ਤਾਂ ਜੋ ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲੀਆਂ ਦਿਨਾਂ ਵਿੱਚ ਬੀਤੇਗਾ। याकूब ਦੇ ਪੁੱਤਰ ਇਕੱਠੇ ਹੋ ਜਾਓ, ਸੁਨੋ ਅਤੇ ਆਪਣੇ ਪਿਤਾ ਇਸਰਾਏਲ ਦੀ ਸੁਨੋ। रूबन तू मेरा पलोटा पुत्र है, मेरा बल ते मेरी शक्ति दा मुड है। तू सपत विच उत्तम ते जोर विच भी उद्यम है। तेरा जल वांगू उबाला है, पर तू ऊंची पदवी ना पावेगा, क्यों जो तू अपने पिता दे मंजे उत्ते चढ़ गया। तद तू ओनू परिष्ट कीता, ओ मेरी छेज उत्ते चढ़ गया। सिमयोन अते लेवी सके भरा हन, उन्हां दियां तेगां जुलूम दी शस्त्र हन। हे मेरी जिंद, उन्हां दी संगत विच ना जा। हे मेरी पत, उन्हां दी सभा विच ना रल, क्यों जो उन्हां ने अपने क्रोध विच मनुखां नूं वड छड्डिया ਅਤੇ ਆਪਣੇ ਟੀਟ ਪੁਣੇ ਵਿੱਚ ਡੱਗੇ ਦੀਆਂ ਸੜਾਂ ਵੱਢ ਦਿੱਤੀਆਂ। ਉਹਨਾਂ ਦਾ ਕ੍ਰੋਧ ਸਰਾਪਿਆ ਜਾਵੇ, ਕਿਉਂ ਜੋ ਉਹ ਤੰਦ ਸੀ, ਨਾਲੇ ਉਹਨਾਂ ਦਾ ਰੋਹ ਕਿਉਂ ਜੋ ਉਹ ਕਠੋਰ ਸੀ। ਤਾਂ ਮੈਂ ਉਹਨਾਂ ਨੂੰ ਯਾਕੂਬ ਵਿੱਚ ਵੰਡ ਛੱਡਾਂਗਾ ਅਤੇ ਉਹਨਾਂ ਨੂੰ ਇਸਰਾਇਲ ਵਿੱਚ ਕਿੰਡਾ ਦਿਆਂਗਾ। ਹੇ ਯਹੂਦਾ, ਤੇਰੇ ਭਰਾ ਤੈਨੂੰ ਸਲਾਉਣਗੇ, ਤੇਰਾ ਹੱਥ ਤੇਰੇ ਵੇਰੀਆਂ ਦੀ ਸਤਾਉਣ ਉੱਤੇ ਹੋਵੇਗਾ। ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਨੀਉਣਗੇ। ਯਹੂਦਾ ਸਿੰਘ ਦਾ ਬੱਚਾ ਹੈ, ਮੇਰੇ ਪੁੱਤਰ ਤੂੰ ਸਿਖਾਰ ਮਾਰ ਕੇ ਉਤਾਹਾਂ ਆਇਆ। ਉਹ ਸਿੰਘ ਵਾਂਗੂ ਸਗੋਂ ਸਿੰਘਣੀ ਵਾਂਗੂ ਨਿਵਿਆ ਤੇ ਛੇ ਗਿਆ, ਕੌਣ ਉਹਨੂੰ ਛੇੜੇਗਾ। ਯਹੂਦਾ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ, ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੱਕ ਸ਼ਾਂਤੀ ਦਾਤਾ ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ। ਉਹ ਆਪਣਾ ਪੋਤਾ ਦਾਖ ਦੀ ਬੇਲ ਨਾਲ ਅਤੇ ਆਪਣੀ ਖੋਤੀ ਦਾ ਬੱਚਾ ਦਾਖ ਦੇ ਉੱਤਮ ਬੂਟੇ ਨਾਲ ਬੰਨੇਗਾ। ਉਸਨੇ ਆਪਣੇ ਵਸਤਰ ਮੱਧ ਵਿੱਚ ਅਤੇ ਆਪਣੇ ਲੀੜਾ ਅੰਗੂਰਾਂ ਦੇ ਲਹੂ ਵਿੱਚ ਧੋਤਾ ਹੈ। ਉਹਦੀਆਂ ਅੱਖਾਂ ਮੱਧ ਨਾਲੋਂ ਕਾਲੀਆਂ ਅਤੇ ਉਹਦੇ ਦੰਦ ਦੁੱਧ ਨਾਲੋਂ ਚਿੱਟੇ ਹਨ। ਜਬਲੂਨ ਸਮੁੰਦਰਾਂ ਦੇ ਘਾਟ ਉੱਤੇ ਵਸੇਗਾ ਅਤੇ ਉਹ ਬੇੜਿਆਂ ਦਾ ਘਾਟ ਹੋਵੇਗਾ ਅਤੇ ਉਸ ਦਾ ਬੰਨਾ ਸਿਦੋਨ ਤੱਕ ਹੋਵੇਗਾ। ਇਸਖਾਰ ਤਕੜਾ ਪੋਤਾ ਹੈ, ਜਿਹੜਾ ਵਾੜਾਂ ਦੇ ਵਿਚਕਾਰ ਚਹਿ ਕੇ ਪੈਂਦਾ ਹੈ ਅਤੇ ਉਸਨੇ ਇੱਕ ਵਿਸਰਾਮ ਦੀ ਥਾਂ ਦਿੱਤੀ ਕਿ ਉਹ ਚੰਗੀ ਹੈ ਅਤੇ ਉਹ ਦੇਸ਼ ਕੀ ਉਹ ਸੁਹਾਵਣਾ ਹੈ। ਤਾਂ ਉਸਨੇ ਆਪਣਾ ਮੋਢਾ ਪਾਰ ਚੁੱਕਣ ਨੂੰ ਨਿਭਾਇਆ ਅਤੇ ਉਹ ਇੱਕ ਬੇਗਾਰੀ ਬਣਿਆ। ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਵਾਂਗ ਆਪਣੇ ਲੋਕਾਂ ਦਾ ਨਿਆਂ ਕਰੇਗਾ। ਦਾਨ ਮਾਰਗ ਉੱਤੇ ਸੱਪ ਸਗੋਂ ਰਸਤੇ ਵਿੱਚ ਫਣੀਅਰ ਸੱਪ ਹੋਵੇਗਾ, ਜਿਹੜਾ ਘੋੜੇ ਦੇ ਸੁੰਮਾਂ ਨੂੰ ਡੰਗ ਮਾਰਦਾ ਹੈ ਤਾਂ ਉਸ ਦਾ ਅਸਵਾਰ ਪਿੱਛੇ ਡਿੱਗ ਪੈਂਦਾ ਹੈ। ਹੇ ਯਹੋਵਾ, ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ। ਗਾਦ ਨੂੰ ਤਾੜ ਵੀ ਤੱਕਣਗੇ, ਪਰ ਉਹ ਉਹਨਾਂ ਦੀ ਪਿੱਠ ਨੂੰ ਤੱਕੇਗਾ। ਆਸਰ ਤੋਂ ਉਸ ਦੀ ਰੋਟੀ ਚਿਕਨੀ ਹੋਵੇਗੀ ਅਤੇ ਉਹ ਪਾਦਸ਼ਾਹੀ ਪ੍ਰਸਾਦ ਦੇਵੇਗਾ। ਨਫਤਲੀ ਚੁਟੇਲ ਕਰਨੀ ਹੈ, ਜਿਹੜੀ ਸੁੰਦਰ ਸ਼ਬਦ ਦਿੰਦੀ ਹੈ। ਯੂਸੁਫ ਇੱਕ ਫਲਦਾਇਕ ਢਾਲ ਹੈ, ਇੱਕ ਫਲਦਾਇਕ ਢਾਲ ਸੋਤੇ ਉੱਤੇ ਜਿਹਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ ਜਾਂਦੀਆਂ ਹਨ। ਤੀਰ ਅੰਦਾਜ਼ਾਂ ਨੇ ਉਹਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹਦੇ ਨਾਲ ਵੈਰ ਰੱਖਿਆ, ਪਰ ਉਹਦਾ ਧਨੁਕ ਤਕੜਾ ਰਿਹਾ ਅਤੇ ਉਸ ਦੀਆਂ ਬਾਹਾਂ ਤੇ ਹੱਥ ਬਲਵੰਤ ਹਨ। ਯਾਕੂਬ ਦੇ ਸ਼ਕਤੀਮਾਨ ਦੇ ਹੱਥੋਂ ਉੱਤੋਂ ਹੀ ਅਯਾਲੇ ਅਰਥਾਤ ਇਸਰਾਏਲ ਦਾ ਪੱਥਰ ਹੈ, ਤੇਰੇ ਪਿਤਾ ਦੇ ਪਰਮੇਸ਼ਰ ਤੋਂ, ਜਿਹੜਾ ਤੇਰੀ ਸਹਾਇਤਾ ਕਰੇਗਾ ਅਤੇ ਸਰਬਸ਼ਕਤੀਮਾਨ ਤੋਂ, ਜਿਹੜਾ ਤੈਨੂੰ ਬਰਕਤਾਂ ਦੇਵੇਗਾ। ਉੱਪਰੋਂ
ਆਕਾਸ਼ ਦੀਆਂ ਬਰਕਤਾਂ, ਹੇਠਾਂ ਪਈਆਂ ਹੋਈਆਂ ਡੂੰਘਿਆਈਆਂ ਦੀਆਂ ਬਰਕਤਾਂ, ਛਾਤੀਆਂ ਦੇ ਕੁੱਕ ਦੀਆਂ ਬਰਕਤਾਂ, ਤੇਰੇ ਪਿਤਾ ਦੀਆਂ ਬਰਕਤਾਂ, ਮੇਰੇ ਪਿਓ ਦਾਦਿਆਂ ਦੀਆਂ ਬਰਕਤਾਂ ਸਗੋਂ ਸਦੀਪਕ ਪਰਬਤਾਂ ਦੇ ਬੰਨਿਆਂ ਤੱਕ ਵੱਧ ਗਈਆਂ। ਉਹ ਯੂਸੁਫ ਦੇ ਸਿਰ ਉੱਤੇ ਸਗੋਂ ਉਹਦੀ ਕੋਪੜੀ ਉੱਤੇ ਹੋਣਗੀਆਂ, ਜਿਹੜਾ ਆਪਣੇ ਭਰਾਵਾਂ ਵਿੱਚੋਂ ਸੰਕਲਪ ਕੀਤਾ ਗਿਆ। बेन्यामीन पाड़न वाला बगियाड़ है, सवेर वो शिकार खावेगा अते संज ਨੂੰ ਲੁੱਟ ਵੰਡੇਗਾ। ਇਹ ਸਭ ਇਸਰਾਏਲ ਦੇ 12 ਗੋਤ ਹਨ ਅਤੇ ਇਹ ਉਹ ਹੈ ਜਿਹੜਾ ਉਹਨਾਂ ਦਾ ਪਿਤਾ ਉਹਨਾਂ ਨੂੰ ਬੋਲਿਆ ਜਦ ਉਹਨਾਂ ਵਿੱਚੋਂ ਹਰ ਇੱਕ ਨੂੰ ਬਰਕਤ ਦਿੱਤੀ। ਹਰ ਇੱਕ ਨੂੰ ਉਸ ਦੀ ਬਰਕਤ ਅਨੁਸਾਰ ਉਸਨੇ ਉਹਨਾਂ ਨੂੰ ਬਰਕਤ ਦਿੱਤੀ। ਫਿਰ ਉਸਨੇ ਉਹਨਾਂ ਨੂੰ ਆਗਿਆ ਦੇ ਕੇ ਆਖਿਆ, ਮੈਂ ਆਪਣੇ ਲੋਕਾਂ ਨਾਲ ਲੜਨ ਜਾਂਦਾ ਹਾਂ। ਮੈਨੂੰ ਮੇਰੇ ਪਿਓ ਦਾਦਿਆਂ ਨਾਲ ਉਸ ਗੁਫਾ ਵਿੱਚ ਜਿਹੜੀ ਅਫਰੋਨ ਹਿੱਤੀ ਦੀ ਪਹਿਲੀ ਵਿੱਚ ਹੈ ਦੱਬਿਓ, ਅਰਥਾਤ ਉਸ ਗੁਫਾ ਵਿੱਚ ਜਿਹੜੀ ਮਕਫਿਲਾ ਦੀ ਪਹਿਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ਼ ਵਿੱਚ ਹੈ, ਜਿਹੜੀ ਪਹਿਲੇ ਅਬਰਾਹਮ ਨੇ ਅਫਰੋਨ ਹਿੱਤੀ ਤੋਂ ਕਬਰ ਦੀ ਮਿਲਕ ਲਈ ਮੁੱਲ ਲਈ ਸੀ। ਉੱਤੇ ਉਹਨਾਂ ਨੇ ਅਬਰਾਹਮ ਨੂੰ ਅਤੇ ਉਹਦੀ ਪਤਨੀ ਸਾਰਾ ਨੂੰ ਦੱਬਿਆ ਅਤੇ ਉੱਤੇ ਉਹਨਾਂ ਨੇ ਇਸਹਾਕ ਔਰ ਉਹਦੀ ਪਤਨੀ ਰਿਬਕਾ ਨੂੰ ਦੱਬਿਆ ਅਤੇ ਉੱਤੇ ਮੈਂ ਲਿਆ ਨੂੰ ਦੱਬਿਆ। ਮੈਂ ਉਸ ਪਹਿਲੀ ਅਤੇ ਉਸ ਗੁਫਾ ਨੂੰ ਜਿਹੜੀ ਉਸ ਦੇ ਵਿੱਚ ਹੈ ਹੇਤ ਦੇ ਪੁੱਤਰ ਤੋਂ ਮੁੱਲ ਲਿਆ। ਜਾਂ ਯਾਕੂਬ ਆਪਣੇ ਪੁੱਤਰਾਂ ਨੂੰ ਆਗਿਆ ਦੇ ਚੁੱਕਿਆ ਤਾਂ ਉਸਨੇ ਆਪਣੇ ਪੈਰ ਮੰਜੇ ਉੱਤੇ ਇਕੱਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਰਲਿਆ। ਸਾਮੂਏਲ ਦੀ ਦੂਜੀ ਪੋਥੀ ਅਧਿਆਇ 9। ਫਿਰ ਦਾਊਦ ਨੇ ਆਖਿਆ ਕਿ ਸਾਊਲ ਦੇ ਘਰਾਣੇ ਵਿੱਚੋਂ ਅਜੇ ਕੋਈ ਰਹਿੰਦਾ ਹੈ ਜੋ ਮੈਂ ਯੋਨਤਾਨ ਦੇ ਕਾਰਨ ਉਸ ਉਤੇ ਦਇਆ ਕਰਾਂ। ਸਾਊਲ ਦੇ ਘਰਾਣੇ ਦਾ ਇੱਕ ਸੀਬਾ ਨਾਮੇ ਪਹਿਲਵਾ ਸੀ। ਸੋ ਜਾਂ ਉਹਨਾਂ ਨੇ ਉਸ ਨੂੰ ਦਾਊਦ ਕੋਲ ਸੱਦਿਆ ਤਾਂ ਬਾਦਸ਼ਾਹ ਨੇ ਉਸ ਨੂੰ ਆਖਿਆ, ਤੂੰ ਸੀਬਾ ਹੈ? ਉਹ ਬੋਲਿਆ, ਜੀ ਤੁਹਾਡਾ ਸੇਵਕ ਮੈਂ ਉਹੀ ਹਾਂ। ਤਦ ਬਾਦਸ਼ਾਹ ਨੇ ਉਹਨੂੰ ਆਖਿਆ, ਸਾਊਲ ਦੇ ਘਰਾਣੇ ਵਿੱਚੋਂ ਕੋਈ ਰਹਿੰਦਾ ਹੈ ਜੋ ਮੈਂ ਉਹਦੇ ਨਾਲ ਪਰਮੇਸ਼ਰ ਦੀ ਜਿਹੀ ਦਇਆ ਕਰਾਂ? ਸੀਬਾ ਨੇ ਬਾਦਸ਼ਾਹ ਨੂੰ ਆਖਿਆ, ਅਜੇ ਯੋਨਤਾਨ ਦਾ ਇੱਕ ਪੁੱਤਰ ਹੈ ਜੋ ਪੈਰਾਂ ਲੰਗੜਾ ਹੈ। ਤਦ ਬਾਦਸ਼ਾਹ ਨੇ ਉਹਨੂੰ ਪੁੱਛਿਆ, ਉਹ ਕਿੱਥੇ ਹੈ? ਸੀਬਾ ਨੇ ਬਾਦਸ਼ਾਹ ਨੂੰ ਆਖਿਆ, ਵੇਖੋ ਲੋਦਬਾਰ ਵਿੱਚ ਅਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ। ਸੋ ਦਾਊਦ ਬਾਦਸ਼ਾਹ ਨੇ ਮਨੁੱਖ ਕੱਲੇ ਅਤੇ ਲੋਦਬਾਰ ਤੋਂ ਅਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਉਹਨੂੰ ਮੰਗਵਾ ਲਿਆ ਅਤੇ ਜਾਂ ਸਾਊਲ ਦਾ ਪੋਤਰਾ ਯੋਨਤਾਨ ਦਾ ਪੁੱਤਰ ਮਫੀਬੋਸ ਦਾਊਦ ਕੋਲ ਅਪੜਿਆ ਤਾਂ ਉਸਨੇ ਮੂੰਹ ਪਰਨੇ ਡਿੱਗ ਕੇ ਮੱਥਾ ਟੇਕਿਆ। ਤਦ ਦਾਊਦ ਨੇ ਆਖਿਆ, ਮਫੀਬੋਸ। ਉਸਨੇ ਆਖਿਆ, ਵੇਖੋ ਤੁਹਾਡਾ ਸੇਵਕ ਹਾਜ਼ਰ ਹੈ। ਸੋ ਦਾਊਦ ਨੇ ਉਹਨੂੰ ਆਖਿਆ, ਡਰ ਨਾ, ਕਿਉਂ ਜੋ ਮੈਂ ਤੇਰੇ ਪਿਓ ਯੋਨਤਾਨ ਦੇ ਕਾਰਨ ਤੇਰੇ ਨਾਲ ਭਲਾਈ ਕਰਾਂਗਾ ਅਤੇ ਤੇਰੇ ਬਾਬੇ ਸਾਊਲ ਦੀ ਸਾਰੀ ਪਹਿਲੀ ਤੈਨੂੰ ਮੋੜ ਦਿਆਂਗਾ ਅਤੇ ਤੂੰ ਮੇਰੇ ਲੰਗਰ ਵਿੱਚੋਂ ਸਦਾ ਰੋਟੀ ਖਾਵੇਂਗਾ। ਤਦ ਉਸਨੇ ਮੱਥਾ ਟੇਕਿਆ ਅਤੇ ਬੋਲਿਆ, ਤੁਹਾਡਾ ਸੇਵਕ ਹੈ ਹੀ ਕੀ ਜੋ ਤੁਸੀਂ ਮੇਰੇ ਉੱਤੇ ਮੋਈ ਕੁੱਤੇ ਵਰਗਾ ਹਾਂ? ਧਿਆਨ ਕਰੋ। ਤਦ ਬਾਦਸ਼ਾਹ ਨੇ ਸਾਊਲ ਦੇ ਟਹਿਲੀਏ ਸੀਬਾ ਨੂੰ ਸੱਦਿਆ ਅਤੇ ਉਹਨੂੰ ਆਖਿਆ, ਮੈਂ ਸਭ ਕੁਝ ਜੋ ਸਾਊਲ ਅਤੇ ਉਹਦੇ ਘਰਾਣੇ ਦਾ ਸੀ ਸੋ ਤੇਰੇ ਮਾਲਕ ਦੇ ਪੁੱਤਰ ਨੂੰ ਬਖਸ਼ ਦਿੱਤਾ ਹੈ। ਸੋ ਤੂੰ ਆਪਣੇ ਪੁੱਤਰਾਂ ਅਤੇ ਟਹਿਲੂਆਂ ਸਣੇ ਉਹਦੇ ਲਈ ਜ਼ਮੀਨ ਵਾ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ, ਜੋ ਤੇਰੇ ਮਾਲਕ ਦੇ ਪੁੱਤਰ ਦੇ ਲਈ ਖਾਣ ਲਈ ਰੋਟੀ ਹੋਵੇ। ਪਰ ਮਫੀਬੋਸਤ
ਜੋ ਤੇਰਾ ਮਾਲਕ ਦਾ ਪੁੱਤਰ ਹੈ ਸੋ ਸਦਾ ਮੇਰੇ ਲੰਗਰ ਵਿੱਚ ਰੋਟੀ ਖਾਵੇਗਾ। ਅਤੇ ਉਸ ਸੀਬਾ ਦੇ 15 ਪੁੱਤਰਾਂ ਅਤੇ 20 ਟਹਿਲੂਏ ਸਨ। ਸੀਬਾ ਨੇ ਪਾਦਸ਼ਾਹ ਨੂੰ ਆਖਿਆ, ਸਭ ਕੁਝ ਜੋ ਮੇਰੇ ਮਹਾਰਾਜ ਪਾਦਸ਼ਾਹ ਨੇ ਆਪਣੇ ਸੇਵਕ ਨੂੰ ਆਖਿਆ ਹੈ ਸੋ ਤੁਹਾਡਾ ਸੇਵਕ ਕਰੇਗਾ। ਪਰ ਮਵੀਬੋਸਤ ਦੇ ਲਈ ਪਾਦਸ਼ਾਹ ਨੇ ਆਖਿਆ ਜੋ ਉਹ ਰਾਜਪੁੱਤਰਾ ਵਾਂਗੂ ਮੇਰੇ ਲੰਗਰ ਵਿੱਚੋਂ ਰੋਟੀ ਖਾਵੇਗਾ। ਅਤੇ ਮਵੀਬੋਸਤ ਦਾ ਮੀਕਾ ਨਾਮੇ ਇੱਕ ਨਿੱਕਾ ਜਿਹਾ ਪੁੱਤਰ ਸੀ ਅਤੇ ਹੋਰ ਜਿਨੇ ਸੀਬਾ ਦੇ ਘਰ ਰਹਿੰਦੇ ਸਨ ਸੋ ਸਭ ਮਵੀਬੋਸਤ ਦੇ ਟਹਿਲੂਏ ਸਨ। ਸੋ ਮਵੀਬੋਸਤ ਯਰੂਸ਼ਲਮ ਵਿੱਚ ਰਿਹਾ ਕਿਉਂਜੋ ਸਦਾ ਬਾਦਸ਼ਾਹ ਦੇ ਲੰਗਰ ਵਿੱਚੋਂ ਰੋਟੀ ਖਾਂਦਾ ਹੁੰਦਾ ਸੀ ਅਤੇ ਦੋਹਾਂ ਪੈਰਾਂ ਤੋਂ ਲੰਗੜਾ ਸੀ। ਸਾਮੂਏਲ ਦੀ ਦੂਜੀ ਪੋਥੀ ਅਧਿਆਇ 10। ਇਹਦੇ ਪਿੱਛੋਂ ਅਜਿਹਾ ਹੋਇਆ ਜੋ ਅਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸਦੇ ਪੁੱਤਰ ਹਾਨੂਨ ਨੇ ਉਸਦੇ ਥਾਂ ਰਾਜ ਕੀਤਾ। ਤਦ ਦਾਊਦ ਨੇ ਆਖਿਆ, ਮੈਂ ਨਾਹਸ ਦੇ ਪੁੱਤਰ ਹਾਨੂਨ ਦੇ ਨਾਲ ਭਲਾਈ ਕਰਾਂਗਾ ਜਿਵੇਂ ਉਹਦੇ ਪਿਓ ਨੇ ਮੇਰੇ ਨਾਲ ਭਲਾਈ ਕੀਤੀ ਸੀ। ਸੋ ਦਾਊਦ ਨੇ ਉਹਦੇ ਪਿਓ ਦੇ ਵਿਖੇ ਉਹਦੇ ਕੋਲ ਮੁਕਾਨ ਦੇਣ ਲਈ ਆਪਣੇ ਟਹਿਲੂਏ ਕੱਲੇ ਅਤੇ ਦਾਊਦ ਦੇ ਟਹਿਲੂਏ ਅਮੋਨੀਆਂ ਦੇ ਦੇਸ਼ ਵਿੱਚ ਗਏ। ਪਰ ਅਮੋਨੀਆਂ ਦੇ ਸਰਦਾਰ ਨੇ ਆਪਣੇ ਮਾਲਕ ਹਾਨੂਨ ਨੂੰ ਆਖਿਆ, ਭਲਾ ਤੈਨੂੰ ਇਹ ਧਿਆਨ ਹੈ ਜੋ ਦਾਊਦ ਤੇਰੇ ਪਿਓ ਦਾ ਆਦਰ ਕਰਦਾ ਹੈ ਜੋ ਉਸ ਮੁਕਾਨ ਦੇਣ ਲਈ ਤੇਰੇ ਕੋਲ ਲੋਕ ਕੱਲੇ ਹਨ। ਭਲਾ ਦਾਊਦ ਨੇ ਆਪਣੇ ਟਹਿਲੂਏ ਤੇਰੇ ਕੋਲ ਇਸ ਲਈ ਨਹੀਂ ਕੱਲੇ ਜੋ ਸ਼ਹਿਰ ਦਾ ਹਾਲ ਵੇਖ ਲੈਣ ਅਤੇ ਉਹਦਾ ਭੇਤ ਲੈਣ ਜੋ ਸ਼ਹਿਰ ਨੂੰ ਨਾਸ ਕਰਨ। ਤਦ ਹਾਨੂਨ ਨੇ ਦਾਊਦ ਦੇ ਟਹਿਲੂਏ ਨੂੰ ਫੜ ਲਿਆ ਅਤੇ ਸਭਨਾਂ ਦੀ ਅੱਧੀ ਦਾੜੀ ਮੁੰਨਵਾ ਸੁੱਟੀ ਅਤੇ ਉਹਨਾਂ ਦੇ ਲੀੜੇ ਅੱਧ ਵਿੱਚ ਖਾਰੋਂ ਲੱਕ ਤੋੜੀ ਕਤਰ ਸੁੱਟੇ ਅਤੇ ਉਹਨਾਂ ਨੂੰ ਤੋੜ ਦਿੱਤਾ। ਤਦ ਦਾਊਦ ਨੂੰ ਖਬਰ ਆਈ ਤਾਂ ਉਸਨੇ ਉਹਨਾਂ ਦੇ ਮਿਲਣ ਲਈ ਲੋਕ ਕੱਲੇ ਕਿਉਂ ਜੋ ਉਹ ਮਨੁੱਖ ਬਹੁਤ ਲਜੀਵਾਨ ਹੋਏ। ਸੋ ਦਾਊਦ ਨੇ ਆਖਿਆ, ਜਦ ਤੋੜੀ ਤੁਹਾਡੀਆਂ ਦਾੜੀਆਂ ਨਾ ਵਧਣ ਯਰੀਹੋ ਦੇ ਵਿੱਚ ਰਹੋ, ਇਹਦੇ ਪਿੱਛੋਂ ਆ ਜਾਓ। ਅਮੋਨੀਆਂ ਨੇ ਜਾ ਡਿੱਠਾ ਪਈ ਅਸੀਂ ਦਾਊਦ ਅੱਗੇ ਪੇੜੇ ਠਹਿਰੇ ਹਾਂ ਤਾਂ ਅਮੋਨੀਆਂ ਨੇ ਲੋਕ ਕੱਲੇ ਅਤੇ ਬਿਤ ਹਰੋਬ ਦੇ ਆਰਾਮੀਆਂ ਅਤੇ ਸੋਬਾ ਦੇ ਆਰਾਮੀਆਂ ਤੋਂ 20,000 ਪਿਆਦੇ ਲਈ ਅਤੇ ਮਾਕਾ ਦੇ ਰਾਜਾ ਤੋਂ 1000 ਮਨੁੱਖ ਅਤੇ ਟੋਬ ਦੇ ਮਨੁੱਖਾਂ ਤੋਂ 12,000 ਮਜ਼ਦੂਰ ਰੱਖੇ। ਇਹ ਸੁਣ ਕੇ ਦਾਊਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾ ਨੂੰ ਭੇਜਿਆ। ਤਦ ਅਮੋਨੀਆਂ ਨਿਕਲੇ ਅਤੇ ਸ਼ਹਿਰ ਦੀ ਡੇਵੜੀ ਦੇ ਲਾਂਘੇ ਕੋਲ ਲੜਾਈ ਦੇ ਲਈ ਪਾਲ ਬੰਨੀ ਅਤੇ ਸੋਬਾ ਅਤੇ ਰਹੋਬ ਦੇ ਆਰਾਮੀ ਅਤੇ ਟੋਬ ਅਤੇ ਮਾਖਾ ਦੇ ਮਨੁੱਖ ਰੜੇ ਵਿੱਚ ਵੱਖਰੇ ਰਹੇ। ਯੋਆਬ ਨੇ ਜਾਂ ਡਿੱਠਾ ਪਈ ਲੜਾਈ ਦਾ ਸਾਹਮਣਾ ਦੋਹੇ ਪਾਸੇ ਅੱਗੋਂ ਤੇ ਪਿੱਛੋਂ ਹੈ ਤਾਂ ਉਸਨੇ ਇਸਰਾਏਲ ਵਿੱਚੋਂ ਚੰਗੇ ਮਨੁੱਖ ਚੁਣ ਲਏ ਅਤੇ ਆਰਾਮੀਆਂ ਦੇ ਸਾਹਮਣੇ ਪਾਲ ਬੰਨੀ ਅਤੇ ਰਹਿੰਦੇ ਲੋਕਾਂ ਨੂੰ ਅਮੋਨੀਆਂ ਦੇ ਸਾਹਮਣੇ ਪਾਲ ਬੰਨਣ ਲਈ ਆਪਣੇ ਭਰਾ ਅਬੀਸ਼ਾਈ ਦੇ ਹੱਥ ਸੌਂਪ ਦਿੱਤਾ ਅਤੇ ਆਖਿਆ, ਜੇਕਰ ਕਦੀ ਆਰਾਮੀ ਮੇਰੇ ਉੱਤੇ ਜ਼ੋਰ ਪਾਉਣ ਤਾਂ ਤੂੰ ਮੇਰੀ ਸਹਾਇਤਾ ਕਰੀ ਅਤੇ ਜੇ ਅਮੋਨੀ ਤੇਰੇ ਉੱਤੇ ਜ਼ੋਰ ਪਾਉਣ ਤਾਂ ਮੈਂ ਆ ਕੇ ਤੇਰੀ ਸਹਾਇਤਾ ਕਰਾਂਗਾ। ਸੋ ਤਕੜੇ ਰਹੀਏ ਅਤੇ ਆਪਣੇ ਲੋਕਾਂ ਦੇ ਲਈ ਅਤੇ ਆਪਣੇ ਪਰਮੇਸ਼ਰ ਦੇ ਸ਼ਹਿਰਾਂ ਦੇ ਲਈ ਵਰਿਆਮਗੀ ਕਰੀਏ ਅਤੇ ਜੋ ਯਹੋਵਾ ਨੂੰ ਪਾਵੇ ਸੋ ਕਰੇ। ਫਿਰ ਯੋਆਬ ਅਤੇ ਉਹ ਲੋਕ ਜੋ ਉਸਦੇ ਨਾਲ ਸਨ ਆਰਾਮੀਆਂ ਦੇ ਉੱਤੇ ਹੱਲਾ ਕਰਨ ਨੂੰ ਅੱਗੇ ਵਧੇ ਔਰ ਉਹ ਉਹਨਾਂ ਦੇ ਅੱਗੇ ਨੱਟ ਗਏ ਅਤੇ ਅਮੋਨੀ ਵੀ ਇਹ ਵੇਖ ਕੇ ਜੋ ਆਰਾਮੀ ਨੱਟ ਗਏ ਹਨ ਤਾਂ ਉਹ ਵੀ ਅਬੀਸ਼ਾਈ ਦੇ ਅੱਗੋਂ ਨੱਟ ਗਏ। ਫਿਰ ਸ਼ਹਿਰ ਵਿੱਚ ਜਾ ਵੜੇ ਤਾਂ ਯੋਆਬ ਅਮੋਨੀਆਂ ਨਾਲ ਲੜਨ ਤੋਂ
ਮੁੜ ਕੇ ਯਰੂਸ਼ਲਮ ਵਿੱਚ ਆਇਆ। ਜਾਂ ਅਰਾਮੀਆਂ ਨੇ ਡਿੱਟਾ ਜੋ ਅਸੀਂ ਇਸਰਾਏਲ ਦੇ ਅੱਗੋਂ ਹਾਰ ਗਏ ਹਾਂ, ਤਾਂ ਉਹਨਾਂ ਨੇ ਆਪਣੇ ਆਪ ਨੂੰ ਇਕੱਠਾ ਕੀਤਾ ਅਤੇ ਹਦਦ ਅਜ਼ਰ ਨੇ ਲੋਕ ਕੱਲੇ ਅਤੇ ਅਰਾਮੀ ਨੂੰ ਜੋ ਦਰਿਆ ਦੇ ਪਾਰ ਸਨ ਲੈ ਆਇਆ ਅਤੇ ਉਹ ਏਲਾਮ ਵਿੱਚ ਆਏ ਅਤੇ ਸੋਬਕ ਜੋ ਹਦਦ ਅਜ਼ਰ ਦੀ ਫੌਜ ਦਾ ਸਰਦਾਰ ਸੀ ਉਹਨਾਂ ਦੇ ਮੋਰੇ ਤੁਰਿਆ। ਇਹ ਸੁਣ ਕੇ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ ਅਤੇ ਯਰਦਨੋਂ ਪਾਰ ਲੰਘ ਕੇ ਏਲਾਮ ਤੋੜੀ ਆਇਆ। ਤਾਂ ਅਰਾਮੀਆਂ ਨੇ ਦਾਊਦ ਦੇ ਸਾਹਮਣੇ ਪਾਲ ਬੰਨੀ ਔਰ ਉਸ ਨਾਲ ਲੜੇ ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਊਦ ਨੇ ਅਰਾਮੀਆਂ ਦੇ 700 ਰੱਥ ਅਤੇ 40,000 ਘੋੜ ਛੱਡ ਕੇ ਵੱਢ ਸੁੱਟੇ ਅਤੇ ਉਹਨਾਂ ਦੇ ਸੈਨਾਪਤੀ ਸੋਬਰ ਨੂੰ ਮਾਰ ਲਿਆ, ਸੋ ਉਹ ਉੱਤੇ ਹੀ ਮਰ ਗਿਆ। ਜਾਂ ਉਹਨਾਂ ਰਾਜਿਆਂ ਨੇ ਜੋ ਹਦਦ ਅਜ਼ਰ ਦੇ ਅਧੀਨ ਸਨ ਡਿੱਟਾ ਪਈ ਉਹ ਇਸਰਾਏਲ ਅੱਗੇ ਹਾਰ ਗਏ ਹਨ, ਤਾਂ ਉਹਨਾਂ ਨੇ ਇਸਰਾਏਲੀਆਂ ਨਾਲ ਮੇਲ ਕੀਤਾ ਅਤੇ ਉਹਨਾਂ ਦੀ ਟਹਿਲ ਕੀਤੀ ਗੱਲ ਖਾਦੀ। ਅਰਾਮੀ ਅਮੋਨੀਆਂ ਦੀ ਫਿਰ ਸਹਾਇਤਾ ਕਰਨ ਤੋਂ ਡਰੇ। ਮਰਕੁਸ ਦੀ ਇੰਜੀਲ ਅਧਿਆਇ 10। ਫਿਰ ਉਹ ਉੱਤੋਂ ਉੱਠ ਕੇ ਯਹੂਦੀਆਂ ਦੀਆਂ ਹੱਦਾਂ ਵਿੱਚ ਅਤੇ ਯਰਦਨ ਦੇ ਪਾਰ ਪਹੁੰਚੀਆਂ ਔਰ ਬਹੁਤ ਲੋਕ ਉਹਦੇ ਕੋਲ ਫਿਰ ਆਣ ਇਕੱਠੇ ਹੋਏ ਅਤੇ ਉਹ ਆਪਣੇ ਦਸਤੂਰ ਅਨੁਸਾਰ ਫਿਰ ਉਹਨਾਂ ਨੂੰ ਉਪਦੇਸ਼ ਦੇਣ ਲੱਗਾ। ਫਰੀਸੀਆਂ ਨੇ ਕੋਲ ਆਣ ਕੇ ਉਹਦੇ ਪਰਤਾਉਣ ਲਈ ਉਹਨੂੰ ਪੁੱਛਿਆ, ਭਲਾ ਇਹ ਜੋਗ ਹੈ ਜੋ ਪੁਰਖ ਤੀਵੀ ਨੂੰ ਤਿਆਗ ਦੇਵੇ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ? ਉਹ ਬੋਲੇ, ਮੂਸਾ ਨੇ ਤਾਂ ਪ੍ਰਵਾਨਗੀ ਦਿੱਤੀ ਹੈ ਜੋ ਆਦਮੀ ਤਿਆਗ ਪੱਤਰੀ ਲਿਖ ਕੇ ਤਿਆਗ ਦੇਵੇ। ਯਿਸੂ ਨੇ ਉਹਨਾਂ ਨੂੰ ਆਖਿਆ, ਉਹਨੇ ਤੁਹਾਡੀ ਸਖਤ ਦਿਲੀ ਦੇ ਕਾਰਨ ਤੁਹਾਡੇ ਲਈ ਇਹ ਹੁਕਮ ਲਿਖਿਆ, ਪਰ ਸ੍ਰਿਸ਼ਟੀ ਦੇ ਮੁੱਢੋਂ ਉਸਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ। ਇਸ ਕਾਰਨ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਸੋ ਉਹ ਹੁਣ ਦੋ ਨਹੀਂ ਬਲਕਨ ਇੱਕੋ ਸਰੀਰ ਹਨ। ਉਪਰੰਤ ਜੋ ਕੁਝ ਪਰਮੇਸ਼ਰ ਨੇ ਜੋੜ ਦਿੱਤਾ ਹੈ, ਮਨੁੱਖ ਉਸ ਨੂੰ ਅੱਡ ਨਾ ਕਰੇ। ਫਿਰ ਘਰ ਵਿੱਚ ਚੇਲਿਆਂ ਨੇ ਇੱਕ ਗੱਲ ਦੇ ਵਿਖੇ ਫਿਰ ਉਹਨੂੰ ਪੁੱਛਿਆ, ਤਾਂ ਉਸਨੇ ਉਹਨਾਂ ਨੂੰ ਆਖਿਆ, ਜੋ ਕੋਈ ਆਪਣੀ ਤੀਵੀ ਨੂੰ ਤਿਆਗ ਦੇਵੇ ਉਹ ਦੂਹੀ ਨਾਲ ਵਿਆਹ ਕਰੇ, ਉਹ ਉਸ ਦੇ ਵਿਰੁੱਧ ਜਨਾ ਕਰਦਾ ਹੈ, ਅਤੇ ਜੇ ਉਹ ਆਪਣੇ ਪਰਤਾ ਨੂੰ ਤਿਆਗ ਕੇ ਦੂਏ ਨਾਲ ਵਿਆਹ ਕਰੇ ਤਾਂ ਉਹ ਜਨਾ ਕਰਦੀ ਹੈ। ਉਹ ਛੋਟੇ ਬਾਲਕਾਂ ਨੂੰ ਉਹਦੇ ਕੋਲ ਲਿਆਏ ਭਈ ਉਹ ਉਹਨਾਂ ਨੂੰ ਚੋਹੇ, ਪਰ ਚੇਲਿਆਂ ਨੇ ਉਹਨਾਂ ਨੂੰ ਛਿੜਕਿਆ। ਤਾਂ ਯਿਸੂ ਨੇ ਇਹ ਵੇਖ ਕੇ ਬਹੁਤ ਨਾਰਾਜ਼ ਹੋਇਆ ਅਤੇ ਉਹਨਾਂ ਨੂੰ ਆਖਿਆ, ਛੋਟੀਆਂ ਬਾਲਕਾਂ ਨੂੰ ਮੇਰੇ ਕੋਲ ਆਣ ਦਿਓ, ਉਹਨਾਂ ਨੂੰ ਨਾ ਵਰਜੋ, ਕਿਉਂਜੋ ਪਰਮੇਸ਼ਰ ਦਾ ਰਾਜ ਇਹੋ ਜਿਹਾ ਹੈ। ਮੈਂ ਤੁਹਾਨੂੰ ਸੱਚ ਆਖਦਾ ਭਈ ਜੋ ਕੋਈ ਪਰਮੇਸ਼ਰ ਦਾ ਰਾਜ ਨੂੰ ਛੋਟੇ ਬਾਲਕ ਦੀ ਨਿਆਈ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ। ਅਤੇ ਉਸਨੇ ਉਹਨਾਂ ਨੂੰ ਕੁੱਛੜ ਚੁੱਕਿਆ ਔਰ ਉਹਨਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਆਸੀਸ ਦਿੱਤੀ। ਜਦ ਉਹ ਬਾਹਰ ਨਿਕਲ ਕੇ ਰਾਹ ਵੱਲ ਚੱਲਿਆ ਜਾਂਦਾ ਸੀ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਉਹਨੂੰ ਪੁੱਛਿਆ, ਸਤਿਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਯਿਸੂ ਨੇ ਉਹਨੂੰ ਆਖਿਆ, ਤੂੰ ਮੈਨੂੰ ਸਤ ਕਿਉਂ ਕਹਿੰਦਾ ਹੈ? ਸਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ਰ। ਤੂੰ ਹੁਕਮਾਂ ਨੂੰ ਜਾਣਦਾ ਹੈ, ਤੂੰ ਖੂਨ ਨਾ ਕਰ, ਜਨਾ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹ ਨਾ ਦੇ, ਠੱਗੀ ਨਾ ਕਰ, ਆਪਣਾ ਮਾਂ ਪਿਓ ਦਾ ਆਦਰ ਕਰ। ਉਸਨੇ ਉਹਨਾਂ ਨੂੰ ਕਿਹਾ, ਗੁਰੂ ਜੀ, ਮੈਂ ਆਪਣੇ ਬਾਲਪੁਣੇ ਤੋਂ ਉਹਨਾਂ ਸਭਨਾਂ ਨੂੰ ਮੰਨਦਾ ਆਇਆ ਹਾਂ। ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ ਅਤੇ ਉਹਨੂੰ ਆਖਿਆ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ, ਜਾ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲ ਨੂੰ ਦੇ ਦਿਓ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ ਮੇਰੇ ਪਿੱਛੇ ਹੋ ਤੁਰੋ।
ਪਰ ਉਹ ਇਸ ਗੱਲੋਂ ਪੈੜਾ ਪਿਆ ਅਤੇ ਉਦਾਸ ਹੋ ਕੇ ਚਲਿਆ ਗਿਆ, ਕਿਉਂ ਜੋ ਉਹ ਵੱਡਾ ਮਾਲਦਾਰ ਸੀ। ਤਦ ਯਿਸੂ ਨੇ ਚੁਫੇਰੇ ਨਿਗਾਹ ਕਰਕੇ ਆਪਣੇ ਚੇਲਿਆਂ ਨੂੰ ਕਿਹਾ, ਜਿਹੜੇ ਦੌਲਤ ਰੱਖਦੇ ਹਨ ਉਹਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਕਿਹੜਾ ਹੀ ਔਖਾ ਹੈ। ਚੇਲੇ ਉਹਦੀਆਂ ਗੱਲਾਂ ਤੋਂ ਹੈਰਾਨ ਹੋਏ, ਪਰ ਯਿਸੂ ਨੇ ਉਹਨਾਂ ਨੂੰ ਅੱਗੋਂ ਫਿਰ ਆਖਿਆ ਹੈ, ਬਾਲਕਿਓ ਜਿਹੜੇ ਤਨ ਉਤੇ ਆਸਰਾ ਰੱਖਦੇ ਹਨ ਉਹਨਾਂ ਲਈ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਕਿੱਡਾ ਹੀ ਔਖਾ ਹੈ। ਸੂਈ ਦੇ ਨੱਕੇ ਵਿੱਚੋਂ ਦੀ ਉੱਟਦਾ ਲੰਘਣਾ ਇਸ ਨਾਲੋਂ ਸੁਖਾਲਾ ਹੈ। ਭਈ ਤਨੀ ਪਰਮੇਸ਼ਰ ਦੇ ਰਾਜ ਵਿੱਚ ਵੜੇ। ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤਾਂ ਫਿਰ ਕੌਣ ਬਚ ਸਕਦਾ ਹੈ? ਯਿਸੂ ਨੇ ਉਹਨਾਂ ਵੱਲ ਵੇਖ ਕੇ ਆਖਿਆ, ਮਨੁੱਖਾਂ ਕੋਲੋਂ ਇਹ ਅਨੁਹੋਣਾ ਹੈ ਪਰ ਪਰਮੇਸ਼ਰ ਕੋਲ ਨਹੀਂ, ਕਿਉਂਕਿ ਪਰਮੇਸ਼ਰ ਕੋਲੋਂ ਸਭ ਕੁਝ ਹੋ ਸਕਦਾ ਹੈ। ਪਤਰਸ ਉਹਨੂੰ ਕਹਿਣ ਲੱਗਾ, ਵੇਖ ਅਸੀਂ ਸਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ। ਯਿਸੂ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ, ਅਜਿਹਾ ਕੋਈ ਨਹੀਂ ਜਿਨੇ ਘਰ ਜਾਂ ਭਾਈਆਂ ਜਾਂ ਭੈਣਾਂ ਜਾਂ ਮਾਂ ਜਾਂ ਪਿਓ ਜਾਂ ਬਾਲ ਬੱਚਿਆਂ ਜਾਂ ਜ਼ਮੀਨਾਂ ਨੂੰ ਮੇਰੇ ਅਤੇ ਇੰਜਿਲ ਦੇ ਲਈ ਛੱਡਿਆ ਹੋਵੇ, ਜਿਹੜਾ ਹੁਣ ਇਸ ਸਮਾਂ ਵਿੱਚ 100 ਗੁਣਾ ਨਾ ਪਾਵੇ। ਘਰ ਅਤੇ ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜ਼ਮੀਨਾਂ, ਪਰ ਦੁੱਖਾਂ ਨਾਲ ਅਤੇ ਅਗਲੇ ਯੁੱਗ ਵਿੱਚ ਸਦੀਪਕ ਜੀਵਨ। ਪਰ ਬਥੇਰੇ ਜੋ ਪਹਿਲੇ ਹਨ ਸੋ ਪਿਛਲੇ ਹੋਣਗੇ ਅਤੇ ਪਿਛਲੇ ਪਹਿਲੇ। ਉਹ ਰਾਹ ਵਿੱਚ ਹੋ ਕੇ ਯਰੂਸ਼ਲਮ ਨੂੰ ਜਾਂਦੇ ਸਨ ਔਰ ਯਿਸੂ ਉਹਨਾਂ ਦੇ ਅੱਗੇ ਅੱਗੇ ਤੁਰਿਆ ਜਾਂਦਾ ਸੀ ਅਤੇ ਉਹ ਤੰਗ ਹੋਏ ਅਤੇ ਮਗਰ ਆਉਣ ਵਾਲੇ ਡਰਦੇ ਸਨ। ਅਤੇ ਫਿਰ ਉਹ ਉਹਨਾਂ 12 ਨੂੰ ਲੈ ਕੇ ਜੋ ਕੁਝ ਉਸ ਉੱਤੇ ਬੀਤਣਾ ਸੀ ਉਹਨਾਂ ਨੂੰ ਦੱਸਣ ਲੱਗਾ ਕਿ ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖਾਂ ਦਾ ਪੁੱਤਰ ਪ੍ਰਧਾਨ ਜਾਜਕਾਂ ਤੇ ਗ੍ਰੰਥੀਆਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਔਰ ਉਸ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ। ਉਹ ਉਸ ਨੂੰ ਠੱਠੇ ਕਰਨਗੇ ਅਤੇ ਉਸ ਉੱਤੇ ਤੁੱਕਣਗੇ ਅਤੇ ਕਰੋੜੇ ਮਾਰਨਗੇ ਅਤੇ ਮਾਰ ਸੁੱਟਣਗੇ, ਪਰ ਉਹ 3 ਦਿਨਾਂ ਪਿੱਛੋਂ ਫਿਰ ਜੀ ਉੱਠੇਗਾ। ਜਬਦੀ ਦੇ ਪੁੱਤਰ ਯਾਕੂਬ ਔਰ ਯੂਹੰਨਾ ਦੇ ਕੋਲ ਆਣ ਕੇ ਉਹਨਾਂ ਨੂੰ ਕਹਿਣ ਲੱਗੇ, ਗੁਰੂ ਜੀ ਅਸੀਂ ਚਾਹੁੰਦੇ ਹਾਂ ਭਈ ਜੋ ਕੁਝ ਅਸੀਂ ਤੇਤੋਂ ਮੰਗੀਏ ਤੂੰ ਸੋ ਹੀ ਸਾਡੇ ਲਈ ਕਰੇ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ? ਉਹਨਾਂ ਉਸ ਨੂੰ ਕਿਹਾ, ਸਾਨੂੰ ਇਹ ਬਖਸ਼ ਕਿ ਅਸੀਂ ਤੇਰੇ ਤੇਜ ਵਿੱਚ ਇੱਕ ਤੇਰੇ ਸੱਜੇ ਅਤੇ ਇੱਕ ਤੇਰੇ ਖੱਬੇ ਬੈਠੀਏ। ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਨਹੀਂ ਜਾਣਦੇ ਜੋ ਕਿ ਮੰਗਦੇ ਹੋ। ਭਲਾ ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੂੰ ਪੀ ਸਕਦੇ ਹੋ, ਜਾਂ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲੈ ਸਕਦੇ ਹੋ? ਉਹਨਾਂ ਉਸ ਨੂੰ ਆਖਿਆ, ਸਾਤੋਂ ਹੋ ਸਕਦਾ ਹੈ। ਯਿਸੂ ਨੇ ਉਹਨਾਂ ਨੂੰ ਆਖਿਆ, ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਤਾਂ ਪੀਓਗੇ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਗੇ। ਸੱਜੇ ਖੱਬੇ ਬਿਠਾਲਣਾ ਮੇਰਾ ਕੰਮ ਨਹੀਂ, ਪਰ ਉਹਨਾਂ ਲਈ ਜੋ ਜਿਨ੍ਹਾਂ ਲਈ ਤਿਆਰ ਕੀਤਾ ਗਿਆ ਹੈ। ਪਰ 10 ਚੇਲਿਆਂ ਨੇ ਇਹ ਸੁਣਿਆ ਤਾਂ ਉਹ ਯਾਕੂਬ ਅਤੇ ਯੂਹੰਨਾ ਉੱਤੇ ਖਿੱਚਣ ਲੱਗੇ। ਤਾਂ ਯਿਸੂ ਨੇ ਉਹਨਾਂ ਨੂੰ ਆਪਣੇ ਕੋਲ ਸੱਦਿਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ ਜਿਹੜੇ ਪਰਾਈਆਂ ਕੌਮਾਂ ਦੇ ਵਿੱਚ ਹਾਕਮ ਗਿਣੇ ਜਾਂਦੇ ਹਨ ਉਹ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਸਰਦਾਰ ਉਹਨਾਂ ਉੱਤੇ ਇਖਤਿਆਰ ਰੱਖਦੇ ਹਨ। ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਵੇ, ਸਗੋਂ ਜੋ ਕੋਈ ਤੁਹਾਡੇ ਵਿੱਚ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲਵਾ ਹੋਵੇ ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਉਹ ਸਭ ਦਾ ਨੌਕਰ ਹੋਵੇ। ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੇ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਦੇ ਬਹੁਤਿਆਂ ਦੇ ਲਈ ਨਿਸਤਾਰੇ ਦੇ ਮੁੱਲ ਭਰਨ ਨੂੰ ਆਪਣੀ ਜਾਨ ਦੇਣਾ ਆਇਆ। ਉਹ ਯਰੀਹੋ ਵਿੱਚ ਆਏ ਔਰ ਜਦ ਉਹ ਅਤੇ ਉਹਦੇ ਚੇਲੇ ਅਤੇ ਬਹੁਤ ਲੋਕ ਯਰੀਹੋ ਤੋਂ ਨਿਕਲ ਰਹੇ ਸਨ, ਤਿਮਾਈ ਦਾ ਪੁੱਤਰ ਬਰਤੀਮਈ ਇੱਕ ਅੰਨਾ
ਮੰਗਦਾ ਸੜਕ ਦੇ ਕੰਢੇ ਬੈਠਾ ਸੀ ਅਤੇ ਇਹ ਸੁਣ ਕੇ ਜੋ ਯਿਸੂ ਨਾਸਰੀ ਹੈ ਉੱਚੀ ਦੇਖ ਕੇ ਕਹਿਣ ਲੱਗਾ, हे ਦਾਊਦ ਦੇ ਪੁੱਤਰ, हे ਯਿਸੂ ਮੇਰੇ ਉੱਤੇ ਦਇਆ ਕਰ। ਬਹੁਤਿਆਂ ਨੇ ਉਹਨੂੰ ਛਿੜਕਿਆ, ਭਈ ਚੁੱਪ ਰਹੋ, ਪਰ ਉਹ ਹੋਰ ਵੀ ਉੱਚੀ ਦੇਖ ਕੇ ਬੋਲਿਆ, हे ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ। ਤਦ ਯਿਸੂ ਨੇ ਖੜੋ ਕੇ ਕਿਹਾ, ਉਹਨੂੰ ਸੱਦ ਦਿਓ। ਸੋ ਉਹਨਾਂ ਉਸ ਆਨੇ ਨੂੰ ਇਹ ਕਹਿ ਕੇ ਸੱਦਿਆ, ਪਈ ਹੌਸਲਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਹੈ। ਤਾਂ ਉਹ ਆਪਣਾ ਲੀੜਾ ਸੁੱਟ ਕੇ ਉੱਠ ਖੜਾ ਹੋਇਆ ਅਤੇ ਯਿਸੂ ਕੋਲ ਆਇਆ। ਯਿਸੂ ਨੇ ਅੱਗੋਂ ਉਹਨੂੰ ਆਖਿਆ, ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ? ਅੰਨੇ ਨੇ ਉਹਨੂੰ ਕਿਹਾ, ਪ੍ਰਭੂ ਜੀ ਮੈਂ ਸੁਜਾਖਾ ਹੋ ਜਾਵਾਂ। ਯਿਸੂ ਉਹਨੂੰ ਕਿਹਾ, ਜਾ, ਤੇਰੀ ਨੇਚਾ ਨੇ ਤੈਨੂੰ ਬਚਾਇਆ। ਅਤੇ ਉਵੇਂ ਉਹ ਸੁਜਾਖਾ ਹੋ ਗਿਆ ਅਤੇ ਉਸ ਰਾਹ ਵਿੱਚ ਉਹਦੇ ਮਗਰ ਤੁਰ ਪਿਆ। ਆਮੀਨ, ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਉਤਪਤ ਦੇ ਕਿਤਾਬ ਅਧਿਆਇ 49 ਇਸ ਵਿੱਚ ਆਪਾਂ ਵੇਖਦੇ ਹਾਂ ਯਾਕੂਬ ਉਹਦੇ ਪੁੱਤਰਾਂ ਦੇ ਪ੍ਰਤੀ ਆਗਮ ਵਾਕ ਵਾਚਦਾ। ਉਹ ਉਹਦੇ ਪੁੱਤਰਾਂ ਉਹਦੇ ਨਾਲ ਜਿਸ ਪ੍ਰਕਾਰ ਸਾਰੇ ਜੀਵਨ ਦੇ ਵਿੱਚ ਵਰਤਾਵਾ ਕੀਤੇ ਉਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਨੂੰ ਆਸੀਸ ਦਿੰਦਾ, ਨਾਲੇ ਭਵਿੱਖਬਾਣੀ ਵਾਚਦਾ। ਭਵਿੱਖਬਾਣੀ ਇੱਕ ਪ੍ਰਕਾਰ ਦੇ ਪ੍ਰਭੂ ਵੱਲੋਂ ਦਿੱਤਾ ਹੋਇਆ ਇੱਕ ਵਰਦਾਨ। ਇਸ ਵਰਦਾਨ ਨੂੰ ਯਾਕੂਬ ਦੀ ਜ਼ਿੰਦਗੀ ਦੇ ਵਿੱਚ ਵੇਖਦੇ ਹਾਂ। ਹਰੇਕ ਇਨਸਾਨ ਦੀ ਭਵਿੱਖ ਉਹਦੇ ਚਾਲ ਚਲਣ ਦੇ ਅਨੁਸਾਰ ਹੀ ਹੁੰਦਾ ਕਰਕੇ ਯਾਕੂਬ ਕੁੱਲਮ ਇਸ ਅਧਿਆਇ ਦੇ ਦੁਆਰਾ ਆਪਾਂ ਸਭਨਾਂ ਨੂੰ ਪ੍ਰਗਟ ਕਰਦਾ। ਦੂਸਰੀ ਸਾਮੂਏਲ ਦੀ ਪੁੱਤੀ ਅਧਿਆਇ 9 ਵਿੱਚ ਆਪਾਂ ਵੇਖਦੇ ਹਾਂ ਦਾਊਦ ਸਾਊਲ ਦੇ ਘਰਾਣੇ ਉੱਤੇ ਦਇਆ ਕਰਦਾ ਅਤੇ ਸਾਊਲ ਦੇ ਪੁੱਤਰ ਯੋਨਤਾਨ ਦੇ ਪੁੱਤਰ ਮਵੀਬੋਸਤ ਨੂੰ ਸਾਊਲ ਦੇ ਸਾਰੇ ਧਨ ਦੌਲਤ ਨੂੰ ਵਾਪਸ ਮੋੜਦਾ ਅਤੇ ਸਾਊਲ ਦਾ ਟਹਿਲਵਾ ਸੇਬਾ ਦੇ ਹੱਥ ਵਿੱਚ ਉਹਦੇ ਸਾਰੇ ਜ਼ਮੀਨ ਨੂੰ ਵਾਹੇ ਕਰਨ ਦਾ, ਰਾਖੀ ਕਰਨ ਦਾ ਇਖਤਿਆਰ ਦਿੰਦਾ। ਨਾਲੇ ਮਵੀਬੋਸਤ ਨੂੰ ਉਹਦੇ ਨਾਲ ਰੱਖਦਾ ਤਾਂ ਕਿ ਉਹ ਹਰ ਰੋਜ਼ ਦਾਊਦ ਦੇ ਨਾਲ ਰੋਟੀ ਛਕਣ। ਦਾਊਦ ਸਾਊਲ ਨੂੰ ਕਦੇ ਵੈਰੀ ਨਹੀਂ ਸਮਝਿਆ, ਸਦਾ ਇਹ ਸੋਚਦਾ ਪਰਮੇਸ਼ਰ ਸਾਊਲ ਦੇ ਰਾਜ ਨੂੰ ਮੇਰੇ ਹੱਥ ਵਿੱਚ ਦੇਤਾ, ਹੁਣ ਮੈਨੂੰ ਚਾਹੀਦਾ ਸਾਊਲ ਦੇ ਘਰਾਣੇ ਉੱਤੇ ਦਇਆ ਕਰਨ। ਸੋ ਉਹ ਦਇਆ ਕਰਦਾ ਹੋਇਆ ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ। ਇਸੇ ਪ੍ਰਕਾਰ ਦੂਸਰੇ ਸਾਮੂਏਲ ਦੀ ਪੋਥੀ ਅਧਿਆਇ 10 ਦੇ ਵਿੱਚ ਦਾਊਦ ਨੂੰ ਪਤਾ ਲੱਗਦਾ ਹੈ ਕਿ ਅਮੋਨੀਆਂ ਦੇ ਰਾਜਾ ਮਰ ਜਾਂਦਾ। ਸੋ ਦਾਊਦ ਸੋਚਦਾ ਅਮੋਨੀ ਦੇ ਰਾਜਾ ਮੈਨੂੰ ਦਇਆ ਵਿਖਾਈ, ਸੋ ਮੈਂ ਵੀ ਮੁੜ ਕੇ ਉਹਦੇ ਪੁੱਤਰ ਹਨਾਨ ਉਤੇ ਦਇਆ ਵਿਖਾਵਾਂ। ਤਾਂ ਉਹਦੇ ਟਹਿਲਵਾਨ ਨੂੰ ਕੱਢਦਾ ਤਾਂ ਕਿ ਉਹਦੇ ਲਈ ਅਫਸੋਸ ਕਰੇ ਅਤੇ ਉਹਦੇ ਪੁੱਤਰ ਨੂੰ ਹੌਸਲਾ ਦੇ ਕੇ ਆਵੇ। ਪਰ ਹਨਾਨ ਦਾਊਦ ਦੇ ਪਹਿਲਵਾਨ ਨਾਲ ਚੰਗਾ ਵਰਤਾਵਾ ਨਹੀਂ ਕੀਤਾ, ਸਗੋਂ ਉਹਨਾਂ ਨੂੰ ਬੇਇੱਜ਼ਤੀ ਕਰਾ ਕੇ ਵਾਪਸ ਭੇਜਦਾ। ਇਹ ਗੱਲ ਦੇ ਕਾਰਨ ਦਾਊਦ ਅਮੋਨੀ ਉੱਤੇ ਕ੍ਰੋਧਿਤ ਹੁੰਦਾ ਅਤੇ ਅਮੋਨੀ ਨੂੰ ਨਾਸ ਕਰਨਾ ਚਾਹਿਆ ਅਤੇ ਅਮੋਨੀ ਅਰਾਮੀਆਂ ਨੂੰ ਉਹਦੇ ਸਹਾਇਤ ਲਈ ਨਾਲ ਲੈ ਕੇ ਇਸਰਾਏਲੀਆਂ ਨਾਲ ਲੜਦੇ। ਆਖਰੀ ਦੇ ਵਿੱਚ ਇਸਰਾਏਲੀ ਉਹਨਾਂ ਉੱਤੇ ਫਤਿਹ ਪਾਉਂਦੇ। ਇਸ ਅਧਿਆਇ ਦੇ ਦੁਆਰਾ ਆਪਾਂ ਨੂੰ ਪਤਾ ਲੱਗਦਾ ਕਿ ਦਾਊਦ ਵੇਰੀਆਂ ਉੱਤੇ ਵੀ ਦਇਆ ਕਰਨਾ ਚਾਹੁੰਦਾ ਸੀ, ਸਗੋਂ ਉਹਦੇ ਵੇਰੀ ਉਸ ਦਇਆ ਨੂੰ ਪ੍ਰਾਪਤ ਕਰਨ ਯੋਗ ਨਹੀਂ ਰਹੇ। ਮਰਕੁਸ ਦੀ ਇੰਜੀਲ ਅਧਿਆਇ 10 ਦੇ ਵਿੱਚ ਆਪਾਂ ਵੇਖਦੇ ਹਾਂ, ਮੱਤੀ ਦੀ ਇੰਜੀਲ ਅਧਿਆਇ 10 ਦੇ ਵਿੱਚ ਵੇਖਦੇ ਹਾਂ, ਪ੍ਰਭੂ ਯਿਸੂ ਮਸੀਹ ਕੋਲ ਫਰੀਸੀਆਂ ਆ ਕੇ ਪੁੱਛਦੇ, ਮਨੁੱਖ ਆਪਣੀ ਪਤਨੀ ਨੂੰ ਤਿਆਗ ਪੱਤਰੀ ਦੇ ਕੇ ਤਿਆਗ
ਕਰ ਸਕਦਾ ਕਰਕੇ ਮੂਸਾ ਨੇ ਸਾਨੂੰ ਦੱਸਿਆ ਹੈ। ਇਹਦੇ ਪ੍ਰਤੀ ਤੇਰਾ ਸੋਚ ਕੀ ਹੈ? ਤਾਂ ਯਿਸੂ ਮਸੀਹ ਉਹਨਾਂ ਨੂੰ ਆਖਦਾ ਕਿ ਤੁਹਾਡੇ ਸਖਤ ਦਿਲ ਦੇ ਕਾਰਨ ਹੀ ਮੂਸਾ ਇਸ ਪ੍ਰਕਾਰ ਤੁਹਾਨੂੰ ਦੱਸਿਆ, ਪਰ ਮੁੱਢੋਂ ਪਰਮੇਸ਼ਰ ਨੇ ਨਰ ਅਤੇ ਨਾਰੀ ਬਣਾ ਕੇ ਹੀ ਭੇਜਿਆ। ਜਿਹਨੂੰ ਪਰਮੇਸ਼ਰ ਨੇ ਜੋੜਿਆ ਉਹਨਾਂ ਨੂੰ ਜੁਦਾ ਕਰਨਾ ਪਾਪ। ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਇੱਕ ਤਨੀ ਮਨੁੱਖ ਪ੍ਰਭੂ ਯਿਸੂ ਮਸੀਹ ਕੋਲ ਆਕ ਕੇ ਪੁੱਛਦਾ, ਜੇ ਮੈਂ ਸਵਰਗ ਰਾਜ ਨੂੰ ਪਾਣਾ ਚਾਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ? ਪ੍ਰਭੂ ਯਿਸੂ ਮਸੀਹ ਉਹਨੂੰ ਕਹਿੰਦਾ, ਹੁਕਮਾਂ ਨੂੰ ਮੰਨ। ਉਹ ਕਹਿੰਦਾ, ਮੈਂ ਬਚਪਨਾ ਤੋਂ ਕਰਦਾ ਹਾਂ। ਤਾਂ ਪ੍ਰਭੂ ਯਿਸੂ ਮਸੀਹ ਉਸ ਉੱਤੇ ਦਇਆ ਕਰਕੇ ਕਹਿੰਦਾ, ਹਜੇ ਵੀ ਤੇਰੇ ਕੋਲ ਕੁਝ ਕਮੀ ਹੈ, ਉਸ ਕਮੀ ਨੂੰ ਭਰਾ ਕਰ। ਤਾਂ ਉਹ ਪੁੱਛਦਾ, ਮੇਰੇ ਕੋਲ ਕੀ ਕਮੀ ਹੈ? ਪ੍ਰਭੂ ਯਿਸੂ ਮਸੀਹ ਆਖਦਾ, ਤੇਰੇ ਧਨ ਨੂੰ ਵੇਚ ਕੇ ਕੰਗਾਲ ਨੂੰ ਵੰਡ ਦੇ। ਉਹ ਉਦਾਸ ਹੋ ਕੇ ਦੁਖੀ ਹੋ ਕੇ ਵਾਪਸ ਚਲੇ ਜਾਂਦਾ। ਕਈ ਲੋਕ ਇਸ ਪ੍ਰਕਾਰ ਆਪਣੀ ਜ਼ਿੰਦਗੀ ਦੇ ਵਿੱਚ ਹੁੰਦੇ, ਕਦੇ ਮੇਰੀ ਜ਼ਿੰਦਗੀ ਦੇ ਵਿੱਚ ਬੁਰਾਈ ਨਹੀਂ ਕੀਤੀ, ਉਸੇ ਪ੍ਰਕਾਰ ਮੈਂ ਕਦੇ ਭਲਾਈ ਵੀ ਨਹੀਂ ਕੀਤੀ। ਪ੍ਰਭੂ ਦੇ ਪਿਆਰਿਓ, ਭਲਾਈ ਕਰਨਾ ਜ਼ਰੂਰੀ ਹੈ। ਬੁਰਾਈ ਕਰੋ ਨਾ ਕਰੋ, ਪਰ ਹਰ ਬੁਰਾਈ ਨੂੰ ਟੱਕਣ ਵਾਲੀ ਭਲਾਈ ਨੂੰ ਕਰਨਾ ਬਹੁਤ ਜ਼ਰੂਰੀ ਹੈ। ਇਸ ਤਨੀ ਮਨੁੱਖ ਜੋ ਹੈ ਉਸ ਦਿਨ ਤੱਕ ਕਦੇ ਬੁਰਾਈ ਨਹੀਂ ਕੀਤਾ, ਹੁਕਮਾਂ ਅਨੁਸਾਰ ਚੱਲਦਾ ਰਿਹਾ, ਪਰ ਉਹ ਕਦੇ ਚੰਗੇ ਕੰਮ ਨਹੀਂ ਕੀਤਾ। ਪ੍ਰਭੂ ਯਿਸੂ ਮਸੀਹ ਦੇ ਚੇਲੇ ਯਿਸੂ ਮਸੀਹ ਕੋਲ ਆਖ ਕੇ ਪੁੱਛਦੇ, ਤੇਰਾ ਖੱਬੇ ਅਤੇ ਸੱਜੇ ਬੈਠਣ ਦਾ ਹੱਕ ਸਾਨੂੰ ਦੇ। ਤਾਂ ਪ੍ਰਭੂ ਕਹਿੰਦਾ, ਜੇ ਕੋਈ ਵੀ ਮਾਲਕ ਬਣਨਾ ਚਾਹੇ ਤਾਂ ਸਭ ਤੋਂ ਪਹਿਲਾਂ ਪਹਿਲ ਸੇਵਾ ਕਰੇ। ਇਨ੍ਹਾਂ ਸਾਰੇ ਅਧਿਆਇ ਦੇ ਰਾਹੀਂ ਪਰਮੇਸ਼ਰ ਆਪਾਂ ਸਭਨਾਂ ਨੂੰ ਆਖਦਾ ਹੈ ਕਿ ਹਰੇਕ ਮਨੁੱਖ ਉਹਦੇ ਚਾਲ ਚੱਲਣ ਦੇ ਅਨੁਸਾਰ ਹੀ ਭਵਿੱਖ ਵਿੱਚ ਬਰਕਤਾਂ ਨੂੰ, ਆਸੀਸਾਂ ਨੂੰ ਪਾਉਂਦਾ ਹੈ। ਅਤੇ ਪ੍ਰਭੂ ਜਿਸ ਪ੍ਰਕਾਰ ਦਇਆਵਾਨ ਹੈ, ਉਹਦੇ ਬੱਚੇ ਵੀ ਉਹਦੇ ਵਾਂਗੂ ਦਇਆ ਕਰਨ ਵਾਲੇ ਬਣੇ। ਤਾਂ ਕਰਕੇ ਦਾਊਦ ਸਾਊਲ ਦੇ ਟਹਿਲਵਾ ਸੇਵਾ ਨੂੰ ਇਹ ਪੁੱਛਦਾ ਕਿ ਹਜੇ ਸਾਊਲ ਦੇ ਪਰਿਵਾਰ ਦੇ ਵਿੱਚ ਕੋਈ ਹੈ ਜਿਨ੍ਹਾਂ ਉੱਤੇ ਮੈਂ ਪਰਮੇਸ਼ਰ ਵਰਗਾ ਦਇਆ ਕਰਾਂ। ਦਾਊਦ ਜਾਣਦਾ ਸੀ ਕਿ ਮੇਰਾ ਪਰਮੇਸ਼ਰ ਦਇਆਵਾਨ ਹੈ, ਸੋ ਮੈਨੂੰ ਚਾਹੀਦਾ ਹੈ ਮੈਂ ਵੀ ਦਇਆ ਕਰਾਂ। ਸੋ ਪ੍ਰਭੂ ਦੇ ਪਿਆਰਿਓ, ਦਇਆ ਕਰਨ ਵਾਲਿਆਂ ਉੱਤੇ ਦਇਆ ਕੀਤੀ ਜਾਂਦੀ ਹੈ। ਪ੍ਰਭੂ ਤੁਹਾਨੂੰ ਇਹਨਾਂ ਸਾਰੇ ਵਚਨਾਂ ਦੇ ਅਨੁਸਾਰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।